गुड मॉर्निंग स्टूडेंट्स। जो ਅਸੀਂ ਟੌਪਿਕ ਕਰਨ ਵਾਲੇ ਹਾਂ ਉਹ ਟੌਪਿਕ ਹੈਗਾ ਆ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ, ਉਹਨਾਂ ਦਾ ਸਿੱਖ ਇਤਿਹਾਸ ਵਿੱਚ ਦਿੱਤਾ ਹੋਇਆ ਯੋਗਦਾਨ। ਤੋਂ ਉਹਨੂੰ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਬਾਰੇ ਥੋੜ੍ਹਾ ਜਿਹਾ ਮੈਂ ਤੁਹਾਨੂੰ ਦੱਸਾਂਗੀ। गुरु अमरदास जी सिखां दे तीसरे गुरु, यानी कि पहले गुरु गुरु नानक देव जी, दूसरे गुरु अंगद देव जी और तीसरे गुरु गुरु अमरदास जी दा जो टाइम पीरियड सीगा वो सीगा 1552 तो लैके 1574 ईस्वी तक। गुरु अमरदास जी का जन्म 1479 5 मई बसरके जिला अमृतसर विखे होया सी। उनके फादर का पिता का नाम तेजभान भल्ला, जो कि एक खत्तरी परिवार नाल संबंध रखते सन अते उन्हां दा वपार सी अते खेतीबाड़ी करते सीगे। गुरु जी के माता जी का नाम लक्ष्मी सीगा और शुरू तो ही उन्हां दे उपर धार्मिक प्रवृत्ति ਦਾ ਬਹੁਤ ਅਸਰ ਸੀਗਾ। 23 ਸਾਲ ਦੀ ਉਮਰ ਵਿੱਚ ਉਹਨਾਂ ਦਾ ਵਿਆਹ ਦੇਵੀ ਚੰਦ ਦੀ ਪੁੱਤਰੀ ਮਨਸਾ ਦੇਵੀ ਔਰ ਮਾਲੀ ਦੇਵੀ ਜਾਂ ਮਨਸਾ ਦੇਵੀ ਕਿਹਾ ਜਾਂਦਾ ਹੈ, ਉਹਨਾਂ ਨਾਲ ਹੋ ਗਿਆ। ਉਹਨਾਂ ਦੇ ਘਰ 2 ਪੁੱਤਰ ਹੋਏ, ਮੋਹਨ ਅਤੇ ਮੋਹਰੀ, ਅਤੇ 2 ਹੀ ਪੁੱਤਰੀਆਂ ਬੀਬੀ ਦਾਨੀ ਅਤੇ ਬੀਬੀ ਪਾਨੀ ਦਾ ਜਨਮ ਹੋਇਆ। ਉਹ ਆਪਣੇ ਭਰਾਵਾਂ ਨਾਲ ਵਪਾਰ ਕਰਦੇ ਸਨ, ਲੂਣ ਅਤੇ ਤੇਲ ਦਾ ਵਪਾਰ ਕਰਦੇ ਸਨ। ਵਿਸ਼ਨੂੰ ਭਗਤ ਦੇ ਪੁਜਾਰੀ ਸਨ ਅਤੇ ਹਰ ਸਾਲ ਗੰਗਾ ਇਸ਼ਨਾਨ ਕਰਨ ਲਈ ਹਰਿਦੁਆਰ ਜਾਇਆ ਕਰਦੇ ਸਨ। ਉੱਥੇ ਜਾ ਕੇ ਸਾਧੂਆਂ ਨੂੰ ਭੋਜਨ ਛਕਾਇਆ ਕਰਦੇ ਸੀਗੇ, ਭੋਜਨ ਛਕਾਇਆ ਕਰਦੇ ਸੀ। ਔਰ ਉੱਥੇ ਹੀ ਇੱਕ ਘਟਨਾ ਵਾਪਰੀ ਸੀਗੀ ਕਿ ਇੱਕ ਬ੍ਰਾਹਮਣ ਨੇ ਉਹਨਾਂ ਨੂੰ ਪੁੱਛ ਲਿਆ ਸੀ ਕਿ ਤੁਹਾਡਾ ਗੁਰੂ ਕਿਹੜਾ ਆ। ਤੋ ਜਦੋਂ ਗੁਰੂ ਜੀ ਨੇ ਅੱਗਿਓਂ ਦੱਸਿਆ ਕਿ ਉਹਨਾਂ ਦਾ ਕੋਈ ਗੁਰੂ ਨਹੀਂ, ਤਾਂ ਉਹਨਾਂ ਬ੍ਰਾਹਮਣਾਂ ਨੂੰ ਉਹਨਾਂ 'ਤੇ ਗੁੱਸਾ ਚੜ੍ਹ ਗਿਆ ਅਤੇ ਉਹਨਾਂ ਦੇ ਗੁਰੂਹੀਨ ਹੋਣ ਕਾਰਨ ਉਹਨਾਂ ਤੋਂ ਖਾਣਾ ਖਾਣਾ ਜਾਂ ਕੁਛ ਲੈਣਾ ਉਸ ਨੂੰ ਪਾਪ ਸਮਝਿਆ ਅਤੇ ਗੁਰੂ ਜੀ ਨੂੰ ਧਿਤਕਾਰਿਆ ਇਸ ਚੀਜ਼ ਲਈ। ਗੁਰੂ ਜੀ ਦੇ ਉੱਪਰ ਇਸ ਚੀਜ਼ ਦਾ ਬਹੁਤ ਅਸਰ ਪਿਆ। ਉਹ ਘਰ ਵਾਪਸ ਆਏ, ਉਹਨਾਂ ਨੇ ਨਿਸ਼ਚੈ ਕਰ ਲਿਆ ਕਿ ਉਹ ਗੁਰੂ ਧਾਰਨ ਕਰਨਗੇ। ਇੱਕ ਦਿਨ ਸਵੇਰੇ ਅਮਰਦਾਸ ਜੀ ਦੇ ਭਰਾ ਦੀ ਨੂੰਹ ਬੀਬੀ ਅਮਰੋ, ਜੋ ਕਿ ਗੁਰੂ ਅੰਗਦ ਦੇਵ ਜੀ ਦੀ ਪੁੱਤਰੀ ਦੇ ਮੂੰਹੋਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਪਾਠ ਸੁਣਿਆ ਔਰ ਸੁਣਦੇ ਸਾਰ ਹੀ ਉਹਨਾਂ ਦਾ ਦਿਲ ਬੜਾ ਪਲੀਚ ਗਿਆ। ਉਸ ਚੀਜ਼ ਨੂੰ, ਗੁਰਬਾਣੀ ਨੂੰ ਸੁਣ ਕੇ ਬੜੇ ਹੀ ਉਹ ਆਪਣੇ ਆਪ ਨੂੰ ਸੰਤੁਸ਼ਟ ਮਹਿਸੂਸ ਕਰਨ ਲੱਗੇ ਅਤੇ ਫਿਰ ਉਹਨਾਂ ਨੇ ਬੀਬੀ ਤੋਂ ਪੁੱਛਿਆ ਕਿ ਇਹ ਕਿਸ ਗੁਰੂ ਦੀ ਬਾਣੀ ਆ। ਤਾਂ ਬੀਬੀ ਜੀ ਨੇ ਜਦੋਂ ਦੱਸਿਆ ਤਾਂ ਉਹ ਫਿਰ ਗੁਰੂ ਅੰਗਦ ਦੇਵ ਜੀ ਦੇ ਸੇਵਾ ਵਿੱਚ ਉੱਥੇ ਆ ਗਏ ਅਤੇ ਇੱਥੇ ਆ ਕੇ ਉਹਨਾਂ ਦੀ ਸੇਵਾ ਕਰਨ ਲੱਗੇ। ਗੁਰੂ ਜੀ ਨੂੰ ਗੁਰਗੱਦੀ ਕਿਸ ਤਰ੍ਹਾਂ ਮਿਲੀ? ਉਹ 62 ਸਾਲ ਦੀ ਉਮਰ ਸੀ ਜਦੋਂ ਗੁਰੂ ਅੰਗਦ ਦੇਵ ਜੀ ਦੇ ਕੋਲ ਆਏ ਸੀਗੇ ਔਰ ਗੁਰੂ ਅੰਗਦ ਦੇਵ ਜੀ ਦੀ ਬੜੀ ਸ਼ਰਧਾ ਨਾਲ ਉਹ ਸੇਵਾ ਕਰਦੇ ਸੀਗੇ। ਸਵੇਰੇ ਉਹਨਾਂ ਨੂੰ ਇਸ਼ਨਾਨ ਕਰਵਾਉਣ ਦੇ ਲਈ ਬਿਆਸ ਨਦੀ ਤੋਂ ਪਾਣੀ ਲਿਆਇਆ ਕਰਦੇ ਸਨ ਅਤੇ ਸਾਰਾ ਦਿਨ ਉਹਨਾਂ ਦੇ ਅੱਗੇ ਪਿੱਛੇ ਉਹਨਾਂ ਦੀ ਸੇਵਾ ਵਿੱਚ ਰਹਿੰਦੇ ਸੀਗੇ। ਇੱਕ ਰਾਤ 1552 ਦੀ ਗੱਲ ਹੈ, ਇੱਕ ਰਾਤ ਬੜੀ ਹਨੇਰੀ ਚੱਲ ਰਹੀ ਸੀਗੀ ਔਰ ਨਦੀ 'ਚ ਬੜਾ ਪਾਣੀ ਚੜ੍ਹਿਆ ਹੋਇਆ ਸੀਗਾ ਔਰ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਲਈ ਉਹਨਾਂ ਦੇ ਇਸ਼ਨਾਨ ਲਈ ਬਿਆਸ ਨਦੀ ਤੋਂ ਪਾਣੀ ਲੈਣ ਗਏ। ਤਾਂ ਜਦੋਂ ਵਾਪਸ ਲੈ ਕੇ ਪਾਣੀ ਲੈ ਕੇ ਆ ਰਹੇ ਸਨ ਤਾਂ ਠੇਡਾ ਲੱਗ ਕੇ ਉਹ ਡਿੱਗ ਗਏ
ਤਾਂ ਜਲਾਹੇ ਦੀ ਪਤਨੀ ਨੇ ਜਦੋਂ ਜਲਾਹੇ ਨੇ ਪੁੱਛਿਆ ਕੌਣ ਹੈ, ਤਾਂ ਜਲਾਹੇ ਦੀ ਪਤਨੀ ਨੇ ਕਿਹਾ ਇਹ ਕੌਣ ਹੋ ਸਕਦਾ ਹੈ, ਉਹੀ ਨਿਥਾਵਾਂ ਅਮਰੂ ਹੀ ਹੋਵੇਗਾ। ਤਾਂ ਇੱਕ ਗੱਲ ਦੀ ਜਦੋਂ ਖਬਰ ਗੁਰੂ ਅੰਗਦ ਦੇਵ ਜੀ ਕੋਲ ਪਹੁੰਚੀ ਤਾਂ ਉਹਨਾਂ ਨੂੰ ਬੜੀ ਠੇਸ ਲੱਗੀ ਔਰ ਉਹਨਾਂ ਨੇ ਉਦੋਂ ਤੋਂ ਬੋਲ ਦਿੱਤਾ ਅਮਰੂ ਨਿਥਾਵਾਂ ਨਹੀਂ, ਅਮਰੂ ਨਿਥਾਵਿਆਂ ਦਾ ਥਾਂ। ਔਰ ਫਿਰ ਗੁਰੂ ਅਮਰਦਾਸ ਜੀ ਨੂੰ ਆਮ ਤੌਰ 'ਤੇ ਤੁਸੀਂ ਜਦੋਂ ਅਰਦਾਸ ਸੁਣਦੇ ਹੋ ਨਿਥਾਵਿਆਂ ਦਾ ਥਾਂ ਗੁਰੂ ਅਮਰਦਾਸ ਜੀ ਸੁਣਦੇ ਹੋ। ਅਤੇ ਇਸ ਤਰ੍ਹਾਂ ਫਿਰ ਗੁਰੂ ਜੀ ਨੂੰ ਅਗਲਾ ਗੁਰਗੱਦੀ ਸੌਂਪੀ ਗਈ। ਉਹਨਾਂ ਨੂੰ 5 ਪੈਸੇ ਇਲਾਚੀ ਨਾਰੀਅਲ ਭੇਂਟ ਕਰਕੇ ਗੁਰੂ ਜੀ ਨੇ ਅਗਲਾ ਉੱਤਰਾਧਿਕਾਰੀ ਘੋਸ਼ਿਤ ਕਰ ਦਿੱਤਾ। 1552 ਤੋਂ ਲੈ ਕੇ 74 ਤੱਕ ਉਹ ਗੁਰਗੱਦੀ 'ਤੇ ਰਹੇ ਔਰ ਇਹਨਾਂ 22 ਸਾਲਾਂ ਵਿੱਚ ਉਹਨਾਂ ਨੇ ਸਿੱਖ ਇਤਿਹਾਸ ਸਿੱਖ ਧਰਮ ਦੇ ਪ੍ਰਚਾਰ ਲਈ ਬਹੁਤ ਕੰਮ ਕੀਤੇ। ਸਭ ਨੂੰ ਪਹਿਲਾਂ ਉਹਨਾਂ ਨੇ ਜੋ ਉਹਨਾਂ ਦੇ ਲਈ ਪ੍ਰੋਬਲਮ, ਇਹ ਗੁਰਦੁਆਰਾ ਹੈ ਗੋਇੰਦਵਾਲ ਸਾਹਿਬ, ਬੌਲੀ ਸਾਹਿਬ ਐਂਡ ਦਰਬਾਰ ਸਾਹਿਬ। ਮੈਂ ਗੁਰੂ ਜੀ ਦੇ ਜੀਵਨ ਦੀਆਂ ਕੁਝ ਘਟਨਾਈਆਂ ਬਾਰੇ ਜ਼ਰੂਰ ਦੱਸਣਾ ਚਾਹਾਂਗੀ। ਪਹਿਲਾਂ ਗੁਰਗੱਦੀ ਜਦੋਂ ਮਿਲ ਗਈ ਤਾਂ ਉਹਨਾਂ ਲਈ ਬਹੁਤ ਸਾਰੀਆਂ ਪ੍ਰੋਬਲਮ ਸਾਹਮਣੇ ਆਈਆਂ। ਪਹਿਲੀ ਪ੍ਰੋਬਲਮ ਤਾਂ ਗੁਰੂ ਅੰਗਦ ਦੇਵ ਜੀ ਦੇ ਵੱਡਾ ਬੇਟਾ ਦਾਤੂ ਜੋ ਕਿ ਆਪਣੇ ਆਪ ਨੂੰ ਗੁਰਗੱਦੀ ਦਾ ਹੱਕਦਾਰ ਮੰਨਦਾ ਸੀ, ਇੱਕ ਉਹ ਪ੍ਰੋਬਲਮ ਸੀਗਾ। ਦੂਸਰਾ ਗੁਰੂ ਅਮਰਦਾਸ ਜੀ ਨੂੰ ਕੱਟੜਪੰਥੀਆਂ ਹਿੰਦੂ ਮੁਸਲਮਾਨ ਇਹਨਾਂ ਦਾ ਸਾਹਮਣਾ ਵੀ ਕਰਨਾ ਪਿਆ। ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਸ਼੍ਰੀ ਚੰਦ ਜੀ ਦਾ ਉਦਾਸੀ ਮੱਤ ਵੀ ਉਹਨਾਂ ਲਈ ਇੱਕ ਪ੍ਰੋਬਲਮ ਦਾ ਕਾਰਨ ਸੀਗਾ। ਗੁਰੂ ਅਮਰਦਾਸ ਜੀ ਨੇ ਸਭ ਨੂੰ ਪਹਿਲਾਂ ਗੋਇੰਦਵਾਲ ਦੀ ਧਰਤੀ ਉੱਤੇ ਬੌਲੀ ਸਾਹਿਬ ਦਾ ਨਿਰਮਾਣ ਕਰਵਾਇਆ। ਗੋਇੰਦਵਾਲ ਵਿਖੇ ਨਗਰ ਦੀ ਸਥਾਪਨਾ ਕਰਵਾਈ। ਬੌਲੀ ਦਾ ਨਿਰਮਾਣ 1552 ਈਸਵੀ ਵਿੱਚ ਸ਼ੁਰੂ ਕੀਤਾ ਗਿਆ ਐਂਡ 1559 ਤੱਕ ਇਹ ਪੂਰਨ ਹੋ ਗਿਆ। ਇਸ ਵਿੱਚ 84 ਪੌੜੀਆਂ ਬਣਵਾਈਆਂ ਗਈਆਂ ਅਤੇ ਕਿਹਾ ਗਿਆ ਕਿ ਜੋ ਇਹਨਾਂ 84 ਪੌੜੀਆਂ 'ਤੇ ਜਪਜੀ ਸਾਹਿਬ ਦਾ ਪਾਠ ਕਰਕੇ ਇਸ਼ਨਾਨ ਕਰੇਗਾ ਉਹ 84 ਜਨਮਾਂ ਦੇ ਚੱਕਰਾਂ ਤੋਂ ਬਚ ਜਾਏਗਾ। ਇਸ ਤੋਂ ਇਲਾਵਾ ਗੁਰੂ ਜੀ ਨੇ ਲੰਗਰ ਪ੍ਰਥਾ ਵਿੱਚ ਵੀ ਸੁਧਾਰ ਕੀਤੇ। ਉਹਨਾਂ ਨੇ ਗਰੀਬ ਅਮੀਰ ਊਚ ਨੀਚ ਸਾਰਿਆਂ ਲਈ ਹੀ ਲੰਗਰ ਖੋਲ੍ਹਿਆ ਹੋਇਆ ਸੀ ਔਰ ਸਭ ਨੂੰ ਉੱਥੇ ਕਿਸੇ ਵੀ ਤਰ੍ਹਾਂ ਦੇ ਭੇਦਭਾਵ ਤੋਂ ਬਿਨਾਂ ਲੰਗਰ ਦਿੱਤਾ ਜਾਂਦਾ ਸੀਗਾ। ਇਸ ਤੋਂ ਇਲਾਵਾ ਗੁਰੂ ਜੀ ਨੇ ਮੰਜੀ ਪ੍ਰਥਾ ਸ਼ੁਰੂ ਕੀਤੀ। ਉਹਨਾਂ ਨੇ ਪੰਜਾਬ ਨੂੰ 22 ਹਿੱਸਿਆਂ ਵਿੱਚ ਵੰਡਿਆ ਅਤੇ ਹਰ ਇੱਕ ਹਿੱਸੇ ਦੇ ਉੱਪਰ ਇੱਕ ਮੰਜੀਦਾਰ ਯਾਨੀ ਕਿ ਇੱਕ ਪ੍ਰਚਾਰਕ ਬਿਠਾਇਆ ਗਿਆ ਜੋ ਕਿ ਉਸ ਇਲਾਕੇ ਵਿੱਚ ਦਸਵੰਧ ਇਕੱਠਾ ਕਰਦਾ ਸੀ, ਗੁਰੂ ਜੀ ਦੀਆਂ ਭੇਜੀਆਂ ਹੋਈਆਂ ਉਦੇਸ਼ ਉਹਨਾਂ ਤੱਕ ਪਹੁੰਚਾਉਂਦਾ ਸੀ ਅਤੇ ਬਾਕੀ ਗੁਰਬਾਣੀ ਦਾ ਪ੍ਰਚਾਰ ਕਰਦਾ ਸੀ ਅਤੇ ਲੋਕਾਂ ਨੂੰ ਸਹੀ ਰਸਤੇ ਲਗਾਉਂਦਾ ਸੀਗਾ। ਇਸ ਤੋਂ ਇਲਾਵਾ ਗੁਰੂ ਜੀ ਨੇ ਗੁਰਬਾਣੀ ਦਾ ਸੰਗ੍ਰਹਿ ਕਰਵਾਇਆ, ਗੁਰਬਾਣੀ ਸੰਗ੍ਰਹਿ ਕੀਤਾ। ਗੁਰੂ ਅਮਰਦਾਸ ਜੀ ਨੇ ਖੁਦ ਵੀ ਸ਼ਬਦਾਂ ਦੀ ਰਚਨਾ ਕੀਤੀ। ਉਹਨਾਂ ਨੇ 907 ਸ਼ਬਦ ਰਚੇ। ਇਸ ਤੋਂ ਇਲਾਵਾ ਉਹਨਾਂ ਨੇ ਪਹਿਲੇ ਗੁਰੂ ਅੰਗਦ ਦੇਵ ਜੀ ਦੀ ਬਾਣੀ ਉਸਨੂੰ ਅਤੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਵੀ ਇਕੱਤਰਿਤ ਕਰਾਇਆ। ਉਦਾਸੀ ਮੱਤ ਦਾ ਉਹਨਾਂ ਨੇ ਬੜਾ ਡਟ ਕੇ ਵਿਰੋਧ ਕੀਤਾ ਕਿਉਂਕਿ ਗੁਰੂ ਨਾਨਕ ਦੇਵ ਜੀ ਗ੍ਰਹਿਸਥੀ ਜੀਵਨ ਨੂੰ ਇੰਪੋਰਟੈਂਸ ਦਿੰਦੇ ਸੀਗੇ, ਇਸ ਕਰਕੇ ਉਹਨਾਂ ਨੇ ਉਦਾਸੀ ਮੱਤ ਦਾ ਵਿਰੋਧ ਕੀਤਾ। ਇਸ ਤੋਂ ਇਲਾਵਾ ਉਹਨਾਂ ਨੇ ਸਿੱਖਾਂ ਨੂੰ ਆਪਣੇ ਰੀਤੀ ਰਿਵਾਜ ਅਤੇ ਧਰਮ ਤਿਉਹਾਰ ਮਨਾਉਣ ਲਈ ਕਿਹਾ। ਲਾਵਾਂ ਆਨੰਦ ਕਾਰਜ ਦੀ ਰਚਨਾ ਕੀਤੀ ਜੋ ਸਾਡੇ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹੈ ਔਰ ਜਨਮ ਮੌਤ ਅਤੇ ਵਿਆਹ ਦੇ ਸਮੇਂ ਦੇ ਰੀਤੀ ਰਿਵਾਜ ਲੋਕਾਂ ਨੂੰ ਦਿੱਤੇ। ਦੀਵਾਲੀ ਵਿਸਾਖੀ ਅਤੇ ਮਾਘੀ ਦੇ ਤਿਉਹਾਰ ਮਨਾਉਣ ਦਾ ਕਿਹਾ।
ਇਸ ਤੋਂ ਇਲਾਵਾ ਗੁਰੂ ਜੀ ਬਹੁਤ ਸ਼ਾਂਤੀ ਪ੍ਰਿय ਸਨ। ਉਹ ਬੜਾ ਹੀ ਸ਼ਾਂਤ ਸੁਭਾਅ ਦੇ ਸਨ ਔਰ ਉਹਨਾਂ ਦੇ ਸ਼ਾਂਤ ਸੁਭਾਅ ਉਹਨਾਂ ਦਾ ਇੱਕ ਬਹੁਤ ਹੀ ਵਿਲੱਖਣ ਖੂਬੀ ਸੀਗੀ। ਇਸ ਤੋਂ ਇਲਾਵਾ ਉਹਨਾਂ ਨੇ ਜਾਤੀ ਪ੍ਰਥਾ ਦਾ ਜ਼ੋਰਦਾਰ ਖੰਡਨ ਕੀਤਾ। ਉਹ ਜਾਤ 'ਤੇ ਹੰਕਾਰ ਕਰਨ ਵਾਲਿਆਂ ਨੂੰ ਮੂਰਖ ਅਤੇ ਗਵਾਰ ਕਿਹਾ ਕਰਦੇ ਸਨ। ਮਾਟੀ ਇੱਕ ਸ਼ਕਲ ਸੰਸਾਰਾ, ਬਹੁ ਵਿਧ ਭਾਂਡੇ ਕੜੇ ਕੁਮਿਹਾਰਾ। ਮਾਟੀ ਇੱਕੋ ਹੀ ਹੈ, ਮਿੱਟੀ ਇੱਕੋ ਹੀ ਆ, ਉਹਦੇ ਤੋਂ ਵੱਖਰੇ ਵੱਖਰੇ ਤਰ੍ਹਾਂ ਦੇ ਭਾਂਡੇ ਬਣਾਏ ਜਾਂਦੇ ਆ ਔਰ ਵੱਖਰੇ ਵੱਖਰੇ ਤਰ੍ਹਾਂ ਦੇ ਭਾਂਡੇ ਹੋਣ ਕਾਰਨ ਲੋਕ ਹੰਕਾਰ ਕਰਨ ਲੱਗ ਪੈਂਦੇ ਆ। ਪਰਦਾ ਪ੍ਰਥਾ ਦਾ ਵਿਰੋਧ ਕੀਤਾ, ਇਸਤਰੀ ਨੂੰ ਇੰਪੋਰਟੈਂਸ ਦਿੱਤੀ। ਸਤੀ ਪ੍ਰਥਾ ਦਾ ਵਿਰੋਧ ਕੀਤਾ। ਵਿਧਵਾ ਵਿਆਹ ਦੇ ਪੱਖ ਵਿੱਚ ਸਨ, ਅੰਤਰਜਾਤੀ ਵਿਆਹ ਦੇ ਪੱਖ ਵਿੱਚ ਸਨ। ਨਸ਼ੀਲੇ ਵਸਤੂਆਂ ਦਾ ਵਿਰੋਧ ਕੀਤਾ। ਨਵੇਂ ਤੀਰਥ ਅਸਥਾਨ ਜਾਣੀ ਕਿ ਗੋਇੰਦਵਾਲ ਬੌਲੀ ਸਾਹਿਬ ਦਾ ਨਿਰਮਾਣ ਕਰਵਾਇਆ। ਲੋਕਾਂ ਨੂੰ ਨਵੇਂ ਤਿਉਹਾਰ ਦਿੱਤੇ। ਈਵਨ ਮੁਗਲ ਸਮਰਾਟ ਅਕਬਰ ਨੇ ਗੁਰੂ ਅਮਰਦਾਸ ਜੀ ਨੂੰ ਦੀ ਬਹੁਤ ਪ੍ਰਸ਼ੰਸਾ ਕੀਤੀ। ਉਹ ਗੁਰੂ ਜੀ ਨੂੰ ਮਿਲਣ ਲਈ ਆਇਆ ਸੀ ਅਤੇ ਗੁਰੂ ਜੀ ਦੀਆਂ ਸਿੱਖਿਆਵਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਸੀਗਾ। ਗੁਰੂ ਅਮਰਦਾਸ ਜੀ ਨੇ ਬਾਅਦ ਵਿੱਚ ਇਹ ਜੋ ਗੁਰਗੱਦੀ ਹੈ ਗੁਰੂ ਰਾਮਦਾਸ ਜੀ ਨੂੰ ਦੇ ਦਿੱਤੀ। ਇਸ ਬਾਰੇ ਮੈਂ ਅਗਲੇ ਚੈਪਟਰ ਵਿੱਚ ਸਮਝਾਵਾਂਗੀ, ਅਗਲੀ ਵੀਡੀਓ ਵਿੱਚ ਦੱਸਾਂਗੀ।